ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਦੀਆਂ ਤਾਜ਼ਾ ਖਬਰਾਂ। ਸਭ ਤੋਂ ਪਹਿਲਾਂ ਰੁਖ ਸਿੱਧਾ ਪਾਰਲੀਮੈਂਟ ਦੇ ਵੱਲ ਕਰਾਂਗੇ। ਪਾਰਲੀਮੈਂਟ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਖੜ ਕੇ ਵਿਰੋਧ ਕੀਤਾ ਗਿਆ ਤੇ ਇਹ ਵਿਰੋਧ ਕਰਨ ਵਾਲੇ ਸੀ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਅਤੇ ਸੰਜੇ ਸਿੰਘ ਦੇ ਵੱਲੋਂ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ MSP ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗਈ। ਅੱਜ ਇਸ ਮੌਕੇ ਦੇ ਉੱਤੇ ਭਗਵੰਤ ਮਾਨ ਨੇ ਨਾਅਰੇਬਾਜ਼ੀ ਕਰਦਿਆਂ ਇੱਥੋਂ ਤੱਕ ਕਿਹਾ ਕਿ ਕਿਸਾਨ ਤੁਹਾਨੂੰ ਉਡੀਕ ਰਹੇ ਨੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠਿਆਂ। ਤਸਵੀਰਾਂ ਵੇਖੋ ਕਿਸ ਤਰ੍ਹਾਂ ਦੀ ਨਾਅਰੇਬਾਜ਼ੀ ਭਗਵੰਤ ਮਾਨ ਦੇ ਵੱਲੋਂ ਪਾਰਲੀਮੈਂਟ ਦੇ ਸੈਂਟਰਲ ਹਾਲ ਦੇ ਵਿੱਚ ਕੀਤੀ ਗਈ ਹੈ। ਉਧਰ ਭਗਵੰਤ ਮਾਨ ਦੇ ਵੱਲੋਂ ਮੀਡੀਆ ਦੇ ਨਾਲ ਇਸ ਤੋਂ ਬਾਅਦ ਗੱਲਬਾਤ ਵੀ ਕੀਤੀ ਗਈ ਹੈ। ਕੀ ਕੁਝ ਕਹਿੰਦੇ ਨੇ ਭਗਵੰਤ ਮਾਨ, ਆਓ ਸੁਣਦੇ ਹਾਂ। ਪ੍ਰਧਾਨ ਮੰਤਰੀ ਨੇ ਸੁਣਿਆ ਸਾਰਾ ਕੁਝ, ਕੋਲ ਦੀ ਤਾਂ ਲੰਘੇ ਆ, ਸੁਣਿਆ, ਸਾਨੂੰ ਸਿਕਿਉਰਿਟੀ ਨੇ ਘੇਰ ਲਿਆ। ਮੈਂ ਤਾਂ ਆਵਾਜ਼ਾਂ ਵੀ ਮਾਰਦਾ ਰਿਹਾ, ਪ੍ਰਧਾਨ ਮੰਤਰੀ ਜੀ ਸੁਣ ਲਓ, ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ, ਹੋਰ ਕਿਤੇ ਤਾਂ ਤੁਸੀਂ ਮਿਲਦੇ ਹੀ ਨਹੀਂ। ਤੁਸੀਂ ਕਿਸਾਨਾਂ ਨਾਲ ਗੱਲ ਕਰਨ ਜਾਂਦੇ ਹੋ ਗੁਜਰਾਤ, ਉਹ ਤੁਹਾਡੇ ਘਰ ਦੇ ਮੂਹਰੇ ਬੈਠੇ ਨੇ, ਉਹਨਾਂ ਨਾਲ ਕਿਉਂ ਨਹੀਂ ਗੱਲ ਕਰਦੇ? ਠੀਕ ਹੈ ਨਾ। ਸੋ ਇਸ ਕਰਕੇ ਪ੍ਰਧਾਨ ਮੰਤਰੀ ਦੀਆਂ ਅੱਖਾਂ ਮੂਹਰੇ, ਪ੍ਰਧਾਨ ਮੰਤਰੀ ਦੇ ਕੰਨਾਂ ਕੋਲੇ ਅਸੀਂ ਆਵਾਜ਼ ਚੱਕੀ। ਅਸੀਂ ਆਪਣੇ ਆਪ ਨੂੰ, ਮੈਂ ਸਮਝਦਾ ਕਿ ਮੈਨੂੰ ਸਕੂਨ ਮਿਲਿਆ ਕਿ ਮੈਨੂੰ ਲੋਕਾਂ ਨੇ ਜਿਹੜੇ ਨੇ ਚੁਣਿਆ। ਅੱਜ ਉਹ ਲੋਕ ਜੇ ਬਾਰਡਰਾਂ 'ਤੇ ਬੈਠੇ ਨੇ ਤਾਂ ਮੈਂ ਉਹਨਾਂ ਦਾ ਜ਼ਰੀਆ ਹੈਗਾ ਉਹਨਾਂ ਦੀ ਆਵਾਜ਼ ਨੂੰ ਇੱਥੇ ਪਹੁੰਚਾਉਣ ਦਾ, ਤਾਂ ਮੈਂ ਆਵਾਜ਼ ਉਹਦੇ ਕੰਨ ਤੱਕ ਪਹੁੰਚਾਤੀ। ਕੋਈ ਐਕਸ਼ਨ ਹੋ ਜਾਏ ਕੋਈ ਗੱਲ ਨਹੀਂ ਜੀ, MPਸ਼ਿਪ ਤੋਂ ਜਾਏ ਸਸਪੈਂਡ ਕਰ ਦੇਣ ਮੈਨੂੰ ਜੀ। MP ਬਾਅਦ 'ਚ, ਕਲਾਕਾਰ ਬਾਅਦ 'ਚ, ਪਹਿਲਾਂ ਕਿਸਾਨ ਆ। ਜਦੋਂ ਜੰਮੇ ਸੀ ਹਲਦੀ ਮੁੰਨੀ ਐਸ਼ਰ ਟਰੈਕਟਰ ਤਵੀਆਂ ਸੁਹਾਗੇ ਮਿਲੇ ਸੀ, ਬੋਰ ਦੇ ਟੋਇਆਂ 'ਚੋਂ ਨਿਕਲੇ 40-40 ਫੁੱਟ ਡੂੰਘੇ ਬੋਰ ਦੇ ਟੋਇਆਂ 'ਚੋਂ। ਠੀਕ ਹੈ ਨਾ। ਹੋਰ ਇਦੋਂ ਥੱਲੇ ਕਿੱਥੇ ਚਲੇ ਜਾਵਾਂਗੇ ਜੀ। ਸੋ ਇਸ ਕਰਕੇ ਨਾ ਉਚਾਈਆਂ ਤੋਂ ਡਰ ਲੱਗਦਾ, ਨਾ ਡੂੰਘਾਈਆਂ ਤੋਂ ਡਰ ਲੱਗਦਾ। ਪਹਿਲੇ ਦਿਨੋਂ ਕਿਸਾਨ ਦੇ ਨਾਲ ਆ। ਜੇ ਚੁੱਲ੍ਹਿਆਂ 'ਚ ਅੱਗ ਹੀ ਨਹੀਂ ਬਚੂਗੀ ਫਿਰ ਕਾਹਦੀਆਂ ਰਾਜਨੀਤੀਆਂ। ਉਹ ਜਿਹੜੇ ਕਿਸਾਨ ਜਥੇਬੰਦੀਆਂ ਦੇ ਲੀਡਰ ਨੇ ਬਹੁਤ ਸਮਝਦਾਰ ਨੇ। 40-40 ਸਾਲ ਦਾ ਉਹਨਾਂ ਦਾ ਤਜਰਬਾ ਹੈ ਸੰਘਰਸ਼ ਲੜਨ ਦਾ। ਉਹ ਐਂ ਕਿਤੇ ਛੋਟੀ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਂਦੇ। ਅਤੇ ਨਾਲੇ ਉੱਥੇ ਤਾਂ ਕੋਈ ਪਾਰਟੀ ਜਾ ਹੀ ਨਹੀਂ ਰਹੀ। ਉਹ ਤਾਂ ਉਹਨਾਂ ਨੇ ਗੈਰ ਰਾਜਨੀਤਿਕ ਰੱਖਿਆ ਹੋਇਆ। ਅਸੀਂ ਵੀ ਨਹੀਂ ਜਾਂਦੇ ਉੱਥੇ। ਸਾਨੂੰ ਉਹਨਾਂ ਨੇ ਕਿਹਾ ਹੋਇਆ ਜਥੇਬੰਦੀਆਂ ਵਾਲਿਆਂ ਨੇ ਕਿ ਤੁਸੀਂ ਜਿੱਥੇ ਵੀ ਤੁਹਾਡਾ ਉਹ ਯੋਗਦਾਨ ਹੋਰ ਮੋਰਚੇ 'ਤੇ ਪੈਂਦਾ ਤੁਸੀਂ ਪਾਓ। ਜਿਵੇਂ ਅੱਜ ਸਾਡਾ ਫਰਜ਼ ਬਣਦਾ ਸੀਗਾ, ਜੇ ਪ੍ਰਧਾਨ ਮੰਤਰੀ ਆਇਆ ਹੋਰ ਕਿਤੇ ਮਿਲਦਾ ਨਹੀਂ ਤਾਂ ਅਸੀਂ ਉਹਨਾਂ ਸਾਹਮਣੇ, ਜੇ ਕੋਈ ਹੋਰ ਪ੍ਰੋਗਰਾਮ ਵੀ ਹੋਏ ਭਵਿੱਖ ਦੇ ਵਿੱਚ, ਪ੍ਰਧਾਨ ਮੰਤਰੀ ਉੱਥੇ ਆਉਂਦਾ ਹੋਇਆ ਤੇ ਸਾਨੂੰ ਬੁਲਾਇਆ ਹੋਇਆ ਤਾਂ ਅਸੀਂ ਉੱਥੇ ਵੀ ਜਾਵਾਂਗੇ। ਇੱਦਾਂ ਹੀ ਕਹਿ ਕੇ ਜਿੰਨਾ ਚਿਰ ਇਹ ਕਾਨੂੰਨ ਵਾਪਸ ਨਹੀਂ ਲੈਂਦੇ। ਉਧਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਚੰਡੀਗੜ੍ਹ ਦੇ ਸਮੇਤ ਭਾਜਪਾ ਦੇ ਪ੍ਰੋਗਰਾਮਾਂ ਦਾ ਵਿਰੋਧ ਕੀਤਾ ਗਿਆ, ਕਿਉਂਕਿ ਭਾਜਪਾ ਦੇ ਵੱਲੋਂ ਅਟਲ ਬਿਹਾਰੀ ਵਾਜਪਾਈ ਦੀ ਜਨਮ ਸ਼ਤਾਬਦੀ ਮਨਾਉਂਦਿਆਂ ਹੋਇਆਂ ਵੱਖ-ਵੱਖ ਜਗ੍ਹਾ ਦੇ ਉੱਤੇ ਪ੍ਰੋਗਰਾਮ ਕੀਤੇ ਗਏ ਸੀ, ਜਿਨ੍ਹਾਂ ਪ੍ਰੋਗਰਾਮਾਂ ਦਾ ਸਖਤੀ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ। ਚੰਡੀਗੜ੍ਹ ਦੀਆਂ ਤਸਵੀਰਾਂ ਪਹਿਲਾਂ ਵਿਖਾਉਂਦੇ ਹਾਂ, ਜਿੱਥੇ ਚੰਡੀਗੜ੍ਹ ਦੇ ਵਿੱਚ ਨਾਅਰੇਬਾਜ਼ੀ ਕੀਤੀ ਗਈ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਉੱਥੇ ਹੀ ਕਿਸਾਨ ਜਥੇਬੰਦੀਆਂ ਸਮੇਤ ਉੱਥੋਂ ਦੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਇਹਨਾਂ ਰੈਲੀਆਂ ਦੇ ਵਿੱਚ ਭਾਜਪਾ ਦੇ ਹੀ ਸਿਰਫ ਆਗੂ ਨੇ, ਇਹਨਾਂ ਦੇ ਵਿੱਚ ਕੋਈ ਵੀ ਆਮ किसान मौजूद नहीं है। ये करो ये करो ये करो। अब अगर सारी बात करने के बावजूद भी वो नहीं मानते तो आप मुझे बताइए क्या समाधान है? वो कहते विश्वास ही नहीं रहा। हम उनसे कहते हैं कि दोबारा फिर आ जाओ। उनको ही कहा जगह तुम डिसाइड करो, समय भी तुम डिसाइड करो, आप आइए बैठ के बात करें। आखिर हल तो बातचीत से निकलता है। कॉर्पोरेट जो भी आप चाहते हो सरकार के सामने बैठ के बात करो। आए हुए 6 महीने हो गए कानून को, कितने लोगों की ज़मीन चली गई है, कितनी जगह कारपोरेट आ गए, बताइए ना कहाँ आ गए? सिर्फ एप्रीहेंशन पे हम घर से चलने लगे, रास्ते में गाड़ी का पंचर हो जाएगा तो क्या होगा, रिप्लेस होगा तो क्या हो जाएगा, ऐसा थोड़ा चलता है। नहीं, उनका अधिकार है, लोकतंत्र में सबका अधिकार है पीसफुल प्रोटेस्ट करने का। हमने कभी रोका थोड़ा। लोकतंत्र में पीसफुल प्रोटेस्ट करने का सबका अधिकार है, उसमें हमें कभी किसी को। देश की जो सरकार है पिछले 6 सालों में उन्होंने लगातार जो है किसानों के हितों की बात की है, किसानों के हित में निर्णय लिए हैं। आज देश का जो कृषि बजट है वो 6 गुना बढ़ गया है और लगभग 1,35,000 करोड़ रुपए का बजट कृषि पे जो है वो 6 गुना बढ़ाकर 2013-14 के कंपैरेटिवली आज सरकार कर रही है। और ये पहली बार ऐसा हुआ कि देश का कोई प्रधानमंत्री जो है किसानों का वाकई में भला चाहता है, उनके हित के लिए काम कर रहा है। आज तक हमने यही सुना था कि किसानों को मुआवजे का चेक मिला है, किसी को 1 रुपए का, 2 रुपए का, 5 रुपए का, और किसान की बेइज्जती की जाती थी। आज पहली बार ऐसा हुआ कि देश का प्रधानमंत्री स्वयं कह रहा है कि हमारे जो किसान हैं, अन्नदाता हैं, उनको हम हर एक के खाते में अगर साल भर में 3 बार 2,000 रुपये डालेंगे। और आज 7वीं किस्त जा रही है, 9 करोड़ किसानों के खाते में जो 18,000 करोड़ रुपए डाले जा रहे हैं, उससे पूरे देश का जो असली किसान है वो बहुत प्रसन्न है, प्रधानमंत्री का धन्यवाद कर रहा है। और अब देखिए इस कार्यक्रम में भी आप देख रहे होंगे गाँव के लोग बहुत बड़ी संख्या में पहुँचे हैं। वो सब ये चाहते हैं कि हमारे प्रधानमंत्री जो काम कर रहे हैं, कृषि के क्षेत्र में जो काम चल रहा है, ऐसा पहली बार हुआ है कि जो किसान तक जो उसका लाभ पहुँच रहा है। उधर पंजाब ਦੇ ਵਿੱਚ ਵੀ ਭਾਜਪਾ ਦੇ ਆਗੂਆਂ ਦਾ ਕਈ ਥਾਵਾਂ ਦੇ ਉੱਤੇ ਵਿਰੋਧ ਕੀਤਾ ਗਿਆ। ਹੁਸ਼ਿਆਰਪੁਰ ਦੇ ਵਿੱਚ
ਭਾਜਪਾ ਦੇ ਸੰਸਦ ਮੈਂਬਰ ਸੋਮ ਪ੍ਰਕਾਸ਼ ਦਾ ਵਿਰੋਧ ਹੋਇਆ, ਜਿਸ ਦਾ ਵਿਰੋਧ ਕਰਦੀਆਂ ਹੋਈਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਸ ਮੌਕੇ ਦੇ ਉੱਤੇ ਨਾਅਰੇਬਾਜ਼ੀ ਵੀ ਕੀਤੀ ਅਤੇ ਖੇਤੀ ਕਾਨੂੰਨ ਵਾਪਸ ਲੈਣ ਨੂੰ ਲੈ ਕੇ ਵੀ ਉਹਨਾਂ ਨੇ ਨਾਅਰੇਬਾਜ਼ੀ ਕੀਤੀ ਹੈ। देखो ये फैक्ट है भी अज 18,000 करोड़ रुपया किसानों के 9 करोड़ किसानों के खाते पिया है। 18,000 करोड़ उनके खाते पै चुका है, उन्होंने बटन दबिया उनके खाते चले गया। ये तो कोई झूठ की गल नहीं है। किसानों की जी समस्या है वो मैं पंजाब तो हाँ, मेरा हल करना मेरी ज़्यादा जोर लग रहा। किसान लीडर रोज़ मैं टैलीफोन से उन्होंने गल करता, मेरे ना वो टैलीफोन से गल करते हैं और सरकार ते और किसानों के विरुद्ध मैं ही माध्यम है, उन्होंने जी गलबात हो रही है मैं ही करवा रहा। लेकिन किसान क्यों नहीं खुश हो रहे? किसान क्यों नहीं अपने प्रोटेस्ट को हटा? ਉਹ ਕਿਸਾਨਾਂ ਦੇ ਲੀਡਰਾਂ ਨੂੰ ਵੀ ਪਤਾ ਮੈਂ ਕਿੰਨੀ ਕੋਸ਼ਿਸ਼ ਕੀਤੀ ਆ। ਉਹ ਮੈਨੂੰ ਤਾਂ ਰੋਜ਼ ਖੁਸ਼ ਹੱਸ ਕੇ ਗੱਲ ਕਰਦੇ ਆ ਔਰ ਰੋਜ਼ ਕੀ ਕਰਨਾ ਅੱਗੇ ਕਿਵੇਂ ਕਰਨਾ ਉਹਨਾਂ ਨਾਲ ਮਾਧਿਅਮ ਸਾਡੀ ਗੱਲਬਾਤ ਚੱਲ ਰਹੀ ਆ। ਮੈਂ ਹੁਣ ਅੱਜ ਦੱਸ ਨਹੀਂ ਸਕਦਾ ਕਿਸ ਤੇ ਲੈਵਲ ਤੇ ਗੱਲ ਕਰਦੇ ਆ। ਇੱਥੇ ਤਾਂ ਮਨਜੀਤ ਰਾਏ ਹੈ, ਮੇਰੇ ਨਾਲ ਰੋਜ਼ ਗੱਲ ਕਰਦੇ ਆ। ਅਸੀਂ ਕਾਮਰੇਡ ਹੈ ਉਹ ਵੀ ਰੋਜ਼ ਗੱਲ ਕਰਦੇ ਆ। ਇੱਥੇ ਦੇ ਲੀਡਰ ਸਾਨੀ ਉਹ ਵੀ ਰੋਜ਼ ਅਸੀਂ ਗੱਲ ਕਰਦੇ ਆ। कितने बजे रहेगी भी गल खत्म नहीं हो पा रही? ਹੋਏਗੀ ਬਹੁਤ ਜਲਦੀ ਹੋਏਗੀ। ਉਧਰ ਭਗਵੰਤ ਮਾਨ ਦੀ ਵੱਲੋਂ ਪਾਰਲੀਮੈਂਟ ਦੇ ਸੈਂਟਰਲ ਹਾਲ ਦੇ ਵਿੱਚ ਜਿਸ ਤਰ੍ਹਾਂ ਵਿਰੋਧ ਕੀਤਾ ਗਿਆ ਉਸ ਨੂੰ ਲੈ ਕੇ ਸਿਆਸੀ ਪ੍ਰਤੀਕਰਮ ਸਾਹਮਣੇ ਆਇਆ, ਜਿਸ ਤੇ ਬੋਲਦਿਆਂ ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਦਾ ਕਹਿਣਾ ਸੀ ਕਿ ਭਗਵੰਤ ਮਾਨ ਅਜਿਹਾ ਡਰਾਮਾ ਨਾ ਕਰਨ। ਹੋਰ ਕੀ ਕੁਝ ਕਹਿਣਾ ਹੈ ਰਾਜ ਕੁਮਾਰ ਵੇਰਕਾ ਦਾ, ਸੁਣਦੇ ਹਾਂ। भगवंत मान जी नाटक बंद करो, ड्रामा बंद करो। आप एक जगह पे केजरीवाल साहब उनको विधानसभा में बिलों को रद्द करते हैं। आज भी वो बिल आपके यहाँ जो पास हुए थे, जो नोटिफिकेशन हुआ था उस बिल का आज भी लागू है। आज भी केजरीवाल ने वो नोटिफिकेशन रद्द नहीं किया, आज भी दिल्ली के अंदर लागू है। आपने प्रोटेस्ट करना है तो सबसे पहले केजरीवाल साहब के दरवाजे पे करो, उसके बाद मोदी के दरवाजे पे करो, क्योंकि आप नाटक कर रहे हो, एक तरफा बात कर रहे हो। दोषी दोनों हैं और एक चौकीदार है और दूसरा सेवादार कहता है। चौकीदार और सेवादार ये दोनों नटंकी हैं। ਜਦੋਂ ਤੋਂ ਕਿਸਾਨੀ ਸੰਘਰਸ਼ ਦੀ ਸ਼ੁਰੂਆਤ ਹੋਈ ਹੈ, ਅੱਜ ਸੰਘਰਸ਼ ਨੂੰ ਪੂਰਾ ਹੋਇਆ 30 ਦਿਨ ਹੋ ਚੁੱਕੇ ਨੇ। ਅੱਜ ਸੰਘਰਸ਼ 30ਵੇਂ ਦਿਨ ਦੇ ਵਿੱਚ ਹੈ, ਜਿਸ ਨੂੰ ਲੈ ਕੇ ਕਈ ਕਿਸਾਨ ਹੁਣ ਤੱਕ ਸੰਘਰਸ਼ ਦੇ ਦੌਰਾਨ ਇਸ ਦੁਨੀਆ ਤੋਂ ਵੀ ਰੁਖਸਤ ਹੋ ਚੁੱਕੇ ਨੇ ਤੇ ਉਹਨਾਂ ਕਿਸਾਨਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ ਹੈ ਤੇ ਧਰਨਿਆਂ ਦੇ ਵਿੱਚ ਬੈਠੇ ਹੀ ਕਿਸਾਨਾਂ ਨੂੰ ਯਾਦ ਕੀਤਾ ਜਾ ਰਿਹਾ। ਅੱਜ ਧਰਨੇ ਨਾਲੋਂ ਵੱਧ ਇਹ ਜਿਹੜੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਿਹਾ ਸੰਘਰਸ਼ ਆ, ਉਹਦੇ ਦੌਰਾਨ ਜੋ ਲਗਭਗ 40-42 ਕਿਸਾਨ ਮਜ਼ਦੂਰ ਕੁਰਬਾਨ ਹੋ ਗਿਆ, ਆਪਣੀਆਂ ਜਾਨਾਂ ਵਾਰ ਗਿਆ ਲੋਕ ਹਿੱਤਾਂ ਵਾਸਤੇ, ਉਹਨਾਂ ਦੀ ਯਾਦ ਦੇ ਵਿੱਚ ਅੱਜ ਦਾ ਸ਼ਰਧਾਂਜਲੀ ਸਮਾਗਮ ਆ ਔਰ ਉਹਨਾਂ ਦੀ ਯਾਦ ਦੇ ਵਿੱਚ ਤੋਂ ਬਾਅਦ ਉੱਥੇ ਮਾਰਚ ਕੀਤਾ ਜਾਣਾ। ਇਹ ਸਮਾਗਮ ਕਰਨ ਦਾ ਮਕਸਦ ਆ ਜੋ ਉਹ ਮਕਸਦ ਇਹ ਆ ਕਿ ਜਿਹੜੇ ਲੋਕਾਂ ਨੇ ਆਪਣੀਆਂ ਜਾਨਾਂ ਲਾਈਆਂ ਉਹਨਾਂ ਦੀ ਯਾਦ ਦੇ ਵਿੱਚ ਮੌਨ ਧਰ ਕੇ ਇਸ ਗੱਲ ਦਾ ਐਦ ਦੁਹਰਾਉਣਾ ਹੈ। ਉਹ ਸਾਰੇ ਕਾਨੂੰਨ ਵਾਪਸ ਕਰਾਉਣ ਤੱਕ ਅਸੀਂ ਆਪਣੀ ਜੰਗ ਆ ਜਿਹੜੀ ਉਹ ਜਾਰੀ ਰੱਖਾਂਗੇ ਤੇ ਇਹਦੇ ਨਾਲ ਅਸੀਂ ਕਿਸਾਨਾਂ ਮਜ਼ਦੂਰਾਂ ਦੀ ਪੁੱਗਤ, ਕਿਸਾਨਾਂ ਮਜ਼ਦੂਰਾਂ ਦੀ ਖੁਸ਼ਹਾਲ ਜ਼ਿੰਦਗੀ ਦਾ ਜੋ ਜਥੇਬੰਦੀਆਂ ਦਾ ਆਦੇਸ਼ ਆ ਉਹਨੂੰ ਸਫਲ ਬਣਾਉਣ ਦੇ ਵਾਸਤੇ ਵੀ ਆਪਣੇ ਘੋਲਾਂ ਨੂੰ ਹੋਰ ਅੱਗੇ ਵਧਾਵਾਂਗੇ। ਜੋ ਹਰਿਆਣੇ ਦੇ ਵਿੱਚ ਖੂਹੀਆਂ ਮਲਕਾਣਾ ਕੋਲੇ ਟੋਲ ਪਲਾਜ਼ਾ ਹੈ ਉਹਨੂੰ ਫ੍ਰੀ ਕਰਾਉਣ ਵਾਸਤੇ ਹਰਿਆਣੇ ਦੇ ਕਿਸਾਨਾਂ ਦੇ ਸਾਥ ਦੇਣ ਵਾਸਤੇ ਜਾਣਗੇ ਤੇ 27 ਤਰੀਕ ਨੂੰ ਜੋ ਪਹਿਲਾਂ ਹੀ ਆਲਰੇਡੀ ਐਲਾਨ ਹੋ ਚੁੱਕਿਆ ਹੈ ਕਿ ਬਹੁਤ ਸਾਰੇ ਜ਼ਿਲ੍ਹਿਆਂ ਦੇ ਕਿਸਾਨ ਆ ਜਿਹੜੇ ਔਰਤਾਂ ਨੇ, ਨੌਜਵਾਨ ਆ, ਉਹ ਡੱਬ ਵਾਲੀ ਤੋਂ ਜਿੱਥੋਂ ਪਹਿਲਾਂ ਨਾਕਾ ਭੰਨ ਕੇ 27 ਤਰੀਕ ਨੂੰ ਲੰਘੇ ਸੀ, ਉਹ ਮਹੀਨਾ ਹੋਣ ਦੇ ਉੱਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਿਸਾਨ ਆ ਜਿਹੜੇ ਔਰਤਾਂ, ਨੌਜਵਾਨ, ਉਹ ਕਾਫਲੇ ਬਣਾ ਕੇ ਦਿੱਲੀ ਵੱਲ ਕੂਚ ਕਰਨਗੇ। ਹੁਣ ਸ਼੍ਰੋਮਣੀ ਅਕਾਲੀ ਦਲ ਵੱਖਰੀ ਰਣਨੀਤੀ ਤਿਆਰ ਕਰਨ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਹੁਣ ਸਾਰੀਆਂ ਹੀ ਲਾਈਕ ਮਾਈਂਡਡ ਪਾਰਟੀਆਂ ਨੂੰ ਇਕੱਠੀਆਂ ਕਰਕੇ ਜਨਵਰੀ ਦੇ ਪਹਿਲੇ ਹਫ਼ਤੇ ਦਿੱਲੀ ਦੇ ਵਿੱਚ ਇੱਕ ਬੈਠਕ ਕੀਤੀ ਜਾਵੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹਨਾਂ ਕਾਨੂੰਨਾਂ ਦੇ ਬਾਰੇ ਗੰਭੀਰਤਾ ਦੇ ਨਾਲ ਸਮਝਾਇਆ ਜਾਵੇਗਾ ਤੇ ਇਹਨਾਂ ਨੂੰ ਵਾਪਸ ਲੈਣ ਦੇ ਲਈ ਉਹਨਾਂ ਨੂੰ ਅਪੀਲ ਕੀਤੀ ਜਾਵੇਗੀ। ਦਿੱਲੀ ਦੇ ਵਿੱਚ ਹਿੰਦੁਸਤਾਨ ਦੀਆਂ ਸਾਰੀਆਂ ਖੇਤਰੀ ਪਾਰਟੀਆਂ ਔਰ ਹਮਖਿਆਲੀ ਪਾਰਟੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸੱਦੇ ਤੇ ਦਿੱਲੀ ਵਿੱਚ ਇਕੱਠੀਆਂ ਹੋਣਗੀਆਂ ਔਰ ਭਾਰਤ ਦੇ ਰਾਸ਼ਟਰਪਤੀ ਜੀ ਨੂੰ ਵੀ, ਭਾਰਤ ਦੇ ਪ੍ਰਧਾਨ ਮੰਤਰੀ ਜੀ ਨੂੰ ਵੀ ਅਸੀਂ ਜ਼ੋਰ ਦੇ ਕੇ ਕਹਾਂਗੇ
ਕਿ ਐਸੇ ਹਾਲਾਤਾਂ ਦਾ ਨਜਾਇਜ਼ ਫਾਇਦਾ ਨਾ ਉਠਾਉਣ ਕੋਵਿਡ-19 ਦਾ, ਬਲਕਿ ਐਸੇ ਹਾਲਾਤਾਂ ਦੀ ਮਾਰ ਝੱਲ ਰਹੇ ਹਿੰਦੁਸਤਾਨ ਦੇ ਲੋਕਾਂ ਨੂੰ, ਖਾਸ ਤੌਰ ਤੇ ਸੂਬਾ ਸਰਕਾਰਾਂ ਨੂੰ ਮਜ਼ਬੂਤ ਕਰਨ ਔਰ ਉਹਦੇ 'ਚ ਸੂਬਿਆਂ ਦੇ ਅਧਿਕਾਰ ਖੇਤਰ ਦੇ ਵਿੱਚ ਦਖਲ ਨਾ ਦੇਣ, ਬਲਕਿ ਬਣਦੀ ਰਾਸ਼ੀ, ਬਣਦੇ ਲੋੜਾਂ ਜਿਹੜੀਆਂ ਉਹਨਾਂ ਦੀਆਂ ਪੂਰੀਆਂ ਕਰਨ। ਖਾਸ ਤੌਰ ਤੇ ਐਜੂਕੇਸ਼ਨ ਪਾਲਿਸੀ ਦੇ ਵਿੱਚ ਜਿਹੜੀ ਦਖਲਅੰਦਾਜ਼ੀ ਅਧਿਕਾਰ ਖੇਤਰ ਖੋਹ ਕੇ ਕੀਤੀ ਜਾ ਰਹੀ ਆ, ਉਹ ਰਵਾਇਤ ਬੰਦ ਕਰਨ। ਇਹ ਜਿਹੜੀਆਂ ਹਮਖਿਆਲ ਪਾਰਟੀਆਂ, ਰੀਜਨਲ ਪਾਰਟੀਆਂ, ਇਹਨਾਂ ਦੀ ਮੀਟਿੰਗ ਜਿਹੜੀ ਦਿੱਲੀ 'ਚ ਹੋਏਗੀ, ਉੱਥੇ ਅਸੀਂ ਸਾਂਝੀ ਰਣਨੀਤੀ ਤਿਆਰ ਕਰਾਂਗੇ, ਸਾਂਝਾ ਪ੍ਰੋਗਰਾਮ ਬਣਾਵਾਂਗੇ ਜਿਹੜਾ ਚੱਲ ਰਹੇ ਕਿਸਾਨ ਸੰਘਰਸ਼ ਨੂੰ ਹੁਲਾਰਾ ਦੇਵੇਗਾ, ਚੱਲ ਰਹੇ ਕਿਸਾਨ ਸੰਘਰਸ਼ ਨੂੰ ਸ਼ਕਤੀ ਦੇਵੇਗਾ ਔਰ ਕੇਂਦਰ ਸਰਕਾਰ ਦੀ ਜਿਹੜੀ ਇੱਕ ਪ੍ਰਾਪੇਗੰਡਾ ਕਿ ਇਹ ਤਾਂ ਇਕੱਲਾ ਪੰਜਾਬੀਆਂ ਦਾ ਸੰਘਰਸ਼ ਆ, ਇਹ ਤਾਂ ਇਕੱਲਾ ਕਿਸਾਨਾਂ ਦਾ ਸੰਘਰਸ਼ ਆ, ਇੱਥੋਂ ਤਾਂ ਕਹਿ ਦਿੰਦੇ ਇਹ ਤਾਂ ਇਕੱਲਾ ਸਿੱਖਾਂ ਦਾ ਸੰਘਰਸ਼ ਆ, ਇਹ ਭੁਲੇਖੇ ਦੂਰ ਕਰੇਗਾ ਔਰ ਇਹ ਜਿਹੜੀ ਪ੍ਰਚਾਰ ਆ ਪ੍ਰਾਪੇਗੰਡਾ ਇਸ ਸੰਘਰਸ਼ ਦੇ ਉਲਟ ਜਾਂ ਇਸ ਸੰਘਰਸ਼ ਨੂੰ ਅਲੱਗ ਥਲੱਗ ਕਰਨ ਦਾ ਕੇਂਦਰ ਦੀ ਉਹ ਚਾਲ ਨੂੰ ਫੇਲ ਕਰੇਗਾ। ਸਾਡੀ ਜਿਹੜੀ ਹਮਖਿਆਲ ਪਾਰਟੀਆਂ ਦੀ ਮੀਟਿੰਗ ਆ, ਖੇਤਰੀ ਪਾਰਟੀਆਂ ਦੀ ਮੀਟਿੰਗ ਆ, ਅਗਲੇ ਹਫਤੇ ਜਨਵਰੀ ਦੇ ਪਹਿਲੇ ਹਫਤੇ ਦਿੱਲੀ ਵਿੱਚ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੇ ਸੱਦੇ ਤੇ ਉਹਨਾਂ ਲੀਡਰਾਂ ਨੂੰ ਬੁਲਾਇਆ ਜਾਏਗਾ। ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਖਤੇ ਜਿਗਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਅਤੇ ਧੰਨ ਮਾਤਾ ਗੁਜਰ ਕੌਰ ਜੀ ਦੇ ਸ਼ਹਾਦਤ ਦੇ ਸਬੰਧ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਲੰਗਰ ਲਗਾਏ ਗਏ ਅਤੇ ਇਸ ਮੌਕੇ ਦੇ ਉੱਤੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਯਾਦ ਕੀਤਾ ਗਿਆ। ਉਧਰ ਇਸ ਨੂੰ ਲੈ ਕੇ ਕੌਮ ਦੇ ਨਾਮ ਤੇ ਸੰਦੇਸ਼ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ। ਗਿਆਨੀ ਹਰਪ੍ਰੀਤ ਸਿੰਘ ਨੇ ਸੰਦੇਸ਼ ਦੇ ਵਿੱਚ ਕਿਹਾ ਹੈ ਕਿ 27 ਤਰੀਕ ਨੂੰ 15 ਮਿੰਟ ਦੇ ਲਈ ਹਰ ਇੱਕ ਵਿਅਕਤੀ ਮੂਲ ਮੰਤਰ ਦਾ ਜਾਪ ਜ਼ਰੂਰ ਕਰੇ। ਅੱਜ ਸਮੁੱਚੀ ਸਿੱਖ ਕੌਮ ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਲਖਤੇ ਜ਼ਿਕਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾ ਰਹੀ ਹੈ। 13 ਪੋਹ ਨੂੰ ਸਾਰੀ ਸਿੱਖ ਸੰਗਤ ਇਸ ਦਿਹਾੜੇ ਨੂੰ ਹਰ ਸਾਲ ਹੀ ਬੜੀ ਸ਼ਰਧਾ ਉਤਸ਼ਾਹ ਸਹਿਤ ਮਨਾਉਂਦੀ ਆ ਰਹੀ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੁੱਚੇ ਸਿੱਖ ਜਗਤ ਨੂੰ ਇਹ ਅਪੀਲ ਹੈ ਕਿ 27 ਦਸੰਬਰ ਨੂੰ 10 ਵਜੇ ਤੋਂ ਲੈ ਕੇ 10:15 ਵਜੇ ਤੱਕ 15 ਮਿੰਟ ਜਿੱਥੇ ਵੀ ਕਿਤੇ ਅਸੀਂ ਮੌਜੂਦ ਹਾਂ ਉੱਥੇ ਹੀ ਇੰਨਾ ਕੁ ਸਮਾਂ 15 ਕੁ ਮਿੰਟ ਦਾ ਅਸੀਂ ਮੂਲ ਮੰਤਰ ਤੇ ਗੁਰਮੰਤਰ ਦਾ ਜਾਪ ਜਿਹੜਾ ਹੈ ਉਹ ਜ਼ਰੂਰ ਕਰੀਏ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ, ਯਾਦ ਕਰਦੇ ਹਾਂ। ਦੁਬਾਰਾ ਫਿਰ ਇੱਕ ਵਾਰੀ ਮੈਂ ਸਮੁੱਚੇ ਸਿੱਖ ਕੌਮ ਨੂੰ, ਸਿੱਖ ਜਗਤ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ 13 ਪੋਹ 27 ਦਸੰਬਰ ਨੂੰ 10 ਵਜੇ ਤੋਂ ਲੈ ਕੇ ਸਵੇਰੇ 10:15 ਵਜੇ ਤੱਕ 15 ਮਿੰਟ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ, ਮਾਤਾ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ। ਮੂਲ ਮੰਤਰ ਤੇ ਗੁਰਮੰਤਰ ਦਾ ਪਾਠ ਇਕਾਗਰਚਿਤ ਹੋ ਕੇ ਹਰ ਸਿੱਖ ਜਿਹੜਾ ਬੱਚਾ, ਬੱਚੀ, ਬਜ਼ੁਰਗ, ਮਾਂ, ਭੈਣ ਸਭ ਅਸੀਂ ਸੰਗਤੀ ਰੂਪ ਦੇ ਵਿੱਚ ਜਾਂ ਜਿੱਥੇ ਵੀ ਕਿਤੇ ਇਕੱਲੇ ਵਿਅਕਤੀਗਤ ਤੌਰ ਤੇ ਜ਼ਰੂਰ ਕਰੀਏ, ਸਾਹਿਬਜ਼ਾਦਿਆਂ ਨੂੰ ਸਤਿਕਾਰ ਭੇਟ ਕਰੀਏ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਲਈ ਇੰਨਾ ਹੀ। ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।